ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਲਾਈਵ ਗੱਲਬਾਤ ਤੁਹਾਡੇ ਨਾਲ ਕਰਨੀ ਆ, ਇਸ ਦਾ ਵਿਸ਼ਾ ਕਿ ਪੰਜਾਬੀ ਬੋਲੀ ਦੇ ਇੱਕ ਨਵੇਂ ਗਾਇਕ ਹਿੰਮਤ ਸੰਧੂ ਨੇ ਇੱਕ ਐਲਾਨ ਕੀਤਾ ਕਿ ਉਹ ਆਉਂਦੇ ਕੁਝ ਦਿਨਾਂ ਨੂੰ ਚਮਕੀਲੇ ਦੇ ਉੱਤੇ ਗੀਤ ਲੈ ਕੇ ਆ ਰਿਹਾ। ਆਪਾਂ ਸਾਰੇ ਜਾਣਦੇ ਹਾਂ ਕਿ ਚਮਕੀਲੇ ਦਾ ਪਿਛੋਕੜ ਜਾਂ ਉਸ ਦਾ ਜਿਹੜਾ ਚੱਲਣ ਦਾ ਢੰਗ, ਉਹਦੇ ਬਾਰੇ ਜਿਹੜੇ ਬੰਦੇ ਜਾਗਰੂਕ ਆ ਉਹ ਸਾਰੀ ਸਮਝ ਰੱਖਦੇ ਆ। ਗੱਲ ਹਿੰਮਤ ਸੰਧੂ ਦੀ ਕਰੀਏ ਤਾਂ ਹਿੰਮਤ ਸੰਧੂ ਦੇ 2 ਗੀਤ ਆਏ ਜਿਸ ਕਰਕੇ ਉਸ ਨੂੰ ਮਕਬੂਲੀਅਤ ਮਿਲੀ। ਪਹਿਲਾ ਗੀਤ ਉਸ ਦਾ ਸੀ ਦਿੱਲੀ ਦੇ ਖਿਲਾਫ ਸਿੱਧੇ ਤੌਰ 'ਤੇ ਕਿਸਾਨੀ ਸੰਘਰਸ਼ ਚੱਲ ਰਿਹਾ, ਅਤੇ ਉਹਦੇ ਵਿਚਾਲੇ ਉਸ ਦਾ ਗੀਤ ਆਇਆ ਕਿ ਜੇ ਕੋਈ ਸਾਡੀ ਜ਼ਮੀਨ ਦੇ ਵਿੱਚ ਪੈਰ ਪਾ ਜੂਗਾ ਕਬਜ਼ੇ ਰੂਪ 'ਚ ਅਤੇ ਅਸੀਂ ਉਹਨੂੰ ਵੱਢਾਂਗੇ। ਇਹ ਗੀਤ ਦੇ ਬੋਲ ਜਿਹੜੇ ਤੁਸੀਂ ਵਧੇਰੇ ਜਾਣਦੇ ਹੋ। ਦੂਸਰਾ ਗੀਤ ਹਿੰਮਤ ਸੰਧੂ ਦਾ ਕੁਝ ਦਿਨ ਪਹਿਲਾਂ ਆਇਆ ਜਿਸ ਦਾ ਨਾਮ ਸੀ ਖਾੜਕੂ। ਉਸਨੇ ਖਾੜਕੂ ਹੋਣ ਦੇ ਜਿਹੜਾ ਸਵੈ ਮਾਣ ਆ ਉਸ ਬਾਰੇ ਗੱਲ ਕੀਤੀ। ਹੁਣ ਗੱਲ ਕਰੀਏ ਕਿ ਜਿਹੜਾ ਹਿੰਮਤ ਸੰਧੂ ਆ ਉਹ ਜਦੋਂ ਇਹੋ ਜਿਹਾ ਗਾਉਂਦਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਗਿਆ। ਉਸ ਦੇ ਦੋਵੇਂ ਗੀਤ ਜਿਹੜੇ ਆ ਉਹ ਇਸ YouTube ਦਾ ਜਿਹੜਾ ਮਾਧਿਅਮ ਆ ਉਹਦੇ ਤੋਂ ਉਹ ਡਿਲੀਟ ਕਰ ਦਿੱਤੇ ਗਏ। ਪਹਿਲਾ ਗੀਤ ਤਕਰੀਬਨ 1 ਕਰੋੜ ਤੇ 30 ਲੱਖ ਲੋਕਾਂ ਨੇ ਸੁਣਿਆ। ਦੂਸਰਾ ਜਿਹੜਾ ਸੀ ਉਹ 3 ਦਿਨਾਂ ਦੇ ਵਿੱਚ 1.5 ਮਿਲੀਅਨ 15 ਲੱਖ ਬੰਦੇ ਨੇ ਉਹਨੂੰ ਸੁਣ ਲਿਆ ਸੀ, ਪਰ ਉਹ ਡਿਲੀਟ ਕਰ ਦਿੱਤੇ ਗਏ। ਹੁਣ ਗੱਲ ਆਪਾਂ ਸਾਰੇ ਸਮਝਦੇ ਹਾਂ ਕਿ ਉਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਅਜਿਹਾ ਸੱਚ ਨਹੀਂ ਸੁਣਨਾ ਚਾਹੁੰਦੀਆਂ ਜਾਂ ਸਾਨੂੰ ਘਸਿਆਰਾ ਜਿਹਾ ਬਣਾ ਕੇ ਰੱਖਣਾ ਚਾਹੁੰਦੀਆਂ। ਅਤੇ ਜੇ ਉਹਨਾਂ ਸ਼ਕਤੀਆਂ ਨੂੰ ਇਹ ਗੀਤ ਭਾਰਤੀ ਸਿਸਟਮ ਨੂੰ, ਸਟੇਟ ਨੂੰ, ਜਾਂ ਉਸ ਦੇ ਜਿਹੜੇ ਕਰਿੰਦੇ ਆ ਜਿਹੜੇ ਉਹ ਸਟੇਟ ਲਈ ਕੰਮ ਕਰਦੇ, ਉਹਨਾਂ ਨੂੰ ਜੇ ਇਹ ਗੀਤ ਪਸੰਦ ਨਹੀਂ ਤਾਂ ਫਿਰ ਉਹ ਕੀ ਚਾਹੁੰਦੇ ਆ? ਉਹ ਫਿਰ ਇਹ ਚਾਹੁੰਦੇ ਆ ਕਿ ਅਜਿਹਾ ਗਾਇਕ ਜਿਹੜਾ ਹਿੰਮਤ ਸੰਧੂ ਵਰਗਾ ਉਹ ਚਮਕੀਲੇ ਵਰਗੇ ਨੂੰ ਗਾਉਣ ਲੱਗ ਪਏ। ਸੋ ਗੱਲ ਬੜੇ ਨਾ ਸਮਝਣ ਵਾਲੀ ਆ ਕਿ ਹਿੰਮਤ ਸੰਧੂ ਜੀ, ਜੇ ਤੁਸੀਂ ਇੰਜ ਗਾਓਗੇ ਨਾ ਤੇ ਤੁਸੀਂ ਫਿਰ ਉਹਨਾਂ ਦੇ ਵਿਚਾਰਾਂ ਦੀ ਪੂਰਤੀ ਕਰ ਰਹੇ ਹੋਗੇ ਜਿਹੜੇ ਤੁਹਾਨੂੰ ਤੁਹਾਡੇ ਇਹਨਾਂ ਗੀਤਾਂ ਨੂੰ ਡੱਕਣਾ ਚਾਹੁੰਦੇ ਆ, ਜਿਹੜੇ ਸਾਡੀ ਕੌਮ ਲਈ, ਸਾਡੀ ਕਿਸਾਨੀ ਦੇ ਹੱਕ 'ਚ ਜਾਂਦੇ ਆ। ਅਤੇ ਇਸ ਕਰਕੇ ਤੁਸੀਂ ਇਹ ਜਿਹੜਾ ਆਪਣਾ ਫੈਸਲਾ ਵਾ ਇਸ ਨੂੰ ਬਦਲੋ। ਜਿਹੜਾ ਪੋਸਟਰ ਜਾਰੀ ਕੀਤਾ ਨਾ ਕਿ ਉਸ ਨੂੰ ਚਮਕੀਲੇ ਨੂੰ ਲੀਜੈਂਡ ਲਿਖਣਾ, ਇਹ ਬਹੁਤ ਗਲਤ ਆ। ਉਹ ਕੋਈ ਲੋਕ ਕਥਾ ਨਹੀਂ ਉਹਦੇ ਨਾਲ ਜੁੜਦੀ। ਉਹ ਇੱਕ ਲੱਚਰ ਬੰਦਾ ਸੀ ਜਿਸ ਨੇ ਜਿਹੜੇ ਸਾਡੇ ਪਰਿਵਾਰਕ ਰਿਸ਼ਤੇ ਹੁੰਦੇ ਆ ਉਹਨਾਂ ਬਾਰੇ ਬਹੁਤ ਹੀ ਭੱਦੇ ਤਰੀਕੇ ਨਾਲ ਗਾਏ ਆ, ਅਤੇ ਉਸ ਦਾ ਵਿਰੋਧ ਹੁੰਦਾ ਰਿਹਾ। ਫਿਰ ਉਹ ਉਸ ਸਮੇਂ ਜਦੋਂ ਜੁਝਾਰੂ ਮੂਵਮੈਂਟ ਚੱਲ ਰਹੀ ਸੀ ਤਾਂ ਇੱਕ ਪਾਸੇ ਆਪਾਂ ਜਾਣਦੇ ਹਾਂ ਕਿ ਇੰਨਾ ਜ਼ਿਆਦਾ ਕੌਮ ਘਾਤ ਹੋਇਆ ਹੋਵੇ ਅਤੇ ਘਾਤ ਚੱਲ ਰਿਹਾ ਹੋਵੇ, ਨਸਲਕੁਸ਼ੀ ਦਾ ਦੌਰ ਹੋਵੇ, ਸਿੱਖਾਂ ਦਾ ਸਰਵਨਾਸ਼ ਕੀਤਾ ਜਾ ਰਿਹਾ ਹੋਵੇ, ਅਤੇ ਉਹਦੇ ਦੌਰ ਦੇ ਵਿੱਚ ਚਮਕੀਲੇ ਵਰਗਾ ਬੰਦਾ ਜਿਹੜਾ ਅਜਿਹਾ ਗੰਦ ਪਰੋਸ ਰਿਹਾ ਹੋਵੇ ਤਾਂ ਫਿਰ ਉਹਨੇ ਇਕੱਲਾ ਗੰਦ ਹੀ ਨਹੀਂ ਪਰੋਸਿਆ, ਪਹਿਲਾਂ ਸਿੰਘਾਂ ਗੜੀ ਹੱਥ ਵੀ ਜੋੜੇ, ਫਿਰ ਸਿੰਘਾਂ ਨੂੰ ਟਿੱਚ ਵੀ ਜਾਣਿਆ, ਫਿਰ ਆਖਰ ਨੂੰ ਉਹਦਾ ਨਾ ਹਸ਼ਰ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਆ ਗਿਆ। ਗੱਲ ਕਰੀਏ ਕਿ ਚਮਕੀਲੇ ਨੇ ਇਕੱਲਾ ਗੰਦ ਹੀ ਨਹੀਂ ਬੋਲਿਆ, ਸਗੋਂ ਉਸ ਨੇ ਪੰਜਾਬੀ ਮਾਂ ਬੋਲੀ ਨੂੰ ਪਲੀਤ ਵੀ ਕੀਤਾ। ਇਹ ਜਿਹੜੀ ਬੋਲੀ ਆ ਸਾਨੂੰ ਜਿਹਦੇ 'ਚ ਗੁਰਬਾਣੀ ਮਹਾਰਾਜ ਨੇ ਸਾਨੂੰ ਬਖਸ਼ੀ ਆ, ਉਸ ਬੋਲੀ ਨੂੰ ਪਲੀਤ ਕਰਨ ਵੀ ਤੁਰਿਆ। ਅਤੇ ਫਿਰ ਰਹੀ ਗੱਲ ਬੀਬੀਆਂ ਬਾਰੇ, ਉਸ ਨੇ ਜਿਹੜਾ ਬੜਾ ਭੱਦਾ ਤਰੀਕਾ ਆਪਣੇ ਗੀਤਾਂ 'ਚ ਵਰਤਿਆ। ਉਹ ਕਹਿ ਲਓ ਪਤਾ ਨਹੀਂ ਬੇਅਣਖੇ 'ਚ ਲੋਕ ਕਿੱਦਾਂ ਬਰਦਾਸ਼ਤ ਕਰੀ ਜਾਂਦੇ ਉਸ ਨੂੰ, ਜਾਂ ਉਸ ਟਾਈਮ ਵੀ ਕਰਦੇ ਹੋਣਗੇ ਜਿਹੜੇ ਉਹਨੂੰ ਪਸੰਦ ਕਰਦੇ ਹੋਣਗੇ, ਪਰ ਸਿੰਘਾਂ ਕੋਈ ਜ਼ਰ ਨਹੀਂ ਹੋਇਆ। ਪੰਥਕ ਕਮੇਟੀ ਜਿਹੜੀ 1986 ਦੇ ਵਿੱਚ ਹੋਂਦ 'ਚ ਆ ਗਈ ਸੀ। ਇੱਕ ਉਹਦਾ ਗੀਤ ਸੀ, ਇੱਕ ਜਦੋਂ ਉਹਨੇ ਧਾਰਮਿਕ ਰੀਲ ਕੱਢੀ ਆ ਤਾਂ ਗੀਤ ਲਿਖਣ ਵਾਲਾ ਜਿਹੜਾ ਲਿਖਾਰੀ ਸੀ ਉਸ ਨੇ ਨਾ ਇੰਟਰਵਿਊ ਦਿੱਤਾ। ਮੈਂ ਇੰਟਰਵਿਊ ਸੁਣਿਆ ਸੀ ਉਸ ਦੇ ਬਾਰੇ, ਚਮਕੀਲੇ ਦੇ ਬਾਰੇ। ਉਹ ਕਹਿੰਦਾ ਕਿ ਚਮਕੀਲਾ ਬੜਾ ਡਰ ਚੁੱਕਾ ਸੀ ਜਦੋਂ ਸਿੰਘਾਂ ਨੇ ਆਖਿਆ ਕਿ ਇੱਦਾਂ ਗੰਦ ਪਾਉਣਾ ਛੱਡ, ਅਤੇ ਇਹ ਨਾ ਪੰਥਕ ਕਮੇਟੀ ਕੋਲ ਗਿਆ ਦਰਬਾਰ ਸਾਹਿਬ, ਪਰਿਕਰਮਾ ਦੇ ਵਿੱਚ ਸਿੰਘਾਂ ਦਾ ਦਫ਼ਤਰ ਸੀ, ਅਤੇ ਉੱਥੇ ਜਾ ਕੇ ਅਤੇ ਹੱਥ ਜੋੜਦਾ ਹੈ, ਕਹਿੰਦਾ ਜੀ ਮੈਂ ਤੌਬਾ ਕਰ ਲਈ ਆ, ਗਾਂਹ ਤੋਂ ਗੰਦ ਨਹੀਂ ਬੋਲਦਾ। ਅਤੇ ਇਹ ਕੁਝ ਨਾ ਮਾਇਆ ਦੇਣੀ ਚਾਹੁੰਦਾ ਸੀ, ਤਕਰੀਬਨ ਕੁਝ ਹਜ਼ਾਰ ਰੁਪਈਏ, ਅਤੇ ਕਹਿੰਦਾ ਜੀ ਆਹ ਲੋ ਲੰਗਰ ਲਈ ਵਰਤ ਲਿਓ, ਕਿਤੇ ਤੁਹਾਡੇ ਕੰਮ ਆ ਜਾਣਗੇ, ਤੁਹਾਨੂੰ ਇੰਨੇ ਕੰਮ ਹੁੰਦੇ ਆ। ਉਹ ਕਹਿੰਦੇ ਅਸੀਂ ਤਾਂ ਇੱਥੋਂ ਪੈਸੇ ਨਹੀਂ ਲੈਣੇ, ਬਸ ਤੂੰ ਚੰਗਾ ਕੰਮ ਕਰ, ਚੰਗਾ ਗਾਉ। ਅਤੇ ਫਿਰ ਇਹਨੇ ਦੱਸਿਆ ਜੀ ਮੈਂ ਧਾਰਮਿਕ ਰੀਲ ਜਿਹੜੀ ਆ ਉਹ ਕੱਢੀ ਆ, ਉਹਦੀ ਰੀਲ ਚੰਗੀ ਸੀ, ਜਿਹਦੇ 'ਚ ਉਹਨੇ ਤਲਵਾਰ ਮੈਂ ਕਲਗੀ ਧਰਦੀ ਆ ਜਾਂ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਇਹ ਗੀਤ ਉਹਨੇ ਚੰਗੇ ਕੱਢੇ। ਉਹ ਤੋਂ ਬਾਅਦ ਫਿਰ ਉਹ ਉਸੇ ਲੀਹ 'ਤੇ ਆ ਗਿਆ ਜਿਹਦੇ 'ਚ ਉਹਨੇ ਫਿਰ ਗੰਦ ਗਾਉਣਾ ਸ਼ੁਰੂ ਕਰ ਦਿੱਤਾ। ਮੈਂ ਉਹ ਇੱਥੇ ਬੋਲ ਨਹੀਂ ਸਕਦਾ ਜੋ ਕੁਛ ਉਹ ਸਾਡਾ ਜਿਹੜਾ ਸੱਭਿਅਕ ਤਰੀਕਾ ਗੱਲ ਕਰਨ ਦਾ ਉਹ ਸਾਨੂੰ ਆਗਿਆ ਨਹੀਂ ਦਿੰਦਾ ਕਿ ਉਹਦੇ ਗੀਤਾਂ ਨੂੰ ਆਪਾਂ ਇੱਥੇ ਦੱਸੀਏ ਵੀ ਕੀ ਗੰਦ ਗਾਉਂਦਾ ਸੀ। ਸੋ ਹੈ ਉਹ ਇੱਕ ਗੰਦ ਦਾ ਟੋਕਰਾ ਸੀ, ਅਤੇ ਜੇ ਉਸ ਗੰਦ ਦੇ ਟੋਕਰੇ ਨੂੰ ਗਲੋਰੀਫਾਈ ਜਿਹੜਾ ਵਾ ਹਿੰਮਤ ਸੰਧੂ ਹੁਣੀ ਕਰਨਗੇ ਅਤੇ ਇਹ ਤੁਹਾਡੇ ਲਈ ਸਹੀ ਨਹੀਂ ਗਾ ਹਿੰਮਤ ਸੰਧੂ ਜੀ।
ਤੁਸੀਂ ਆਪਣੇ ਇਸ ਫੈਸਲੇ ਤੇ ਮੁੜ ਵਿਚਾਰੋ, ਕਿਉਂਕਿ ਅਸੀਂ ਤੁਹਾਨੂੰ ਮੰਨਦੇ ਆਪਣਾ ਭਰਾ, ਇਸ ਕਰਕੇ ਮੰਨਦੇ ਹਾਂ ਕਿ ਤੁਹਾਡੇ ਜਿਹੜੇ 2 ਗਾਉਣ ਆਏ ਆ ਉਹ ਸਾਡੇ ਵਿਚਾਰਾਂ ਦੀ ਪੂਰਤੀ ਕਰਦੇ ਆ। ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਅਤੀਤ ਹੁੰਦਾ ਨਾ, ਤੁਹਾਡਾ ਪਿਛੋਕੜ ਹੁੰਦਾ, ਤੁਹਾਡੇ ਪਿਛੋਕੜ ਨੇ ਹੀ ਤੁਹਾਡੇ ਅੱਜ ਦੀ ਮਹਿਕ ਨੂੰ ਸਵਾਰਨਾ ਹੁੰਦਾ, ਤੁਹਾਡਾ ਜਿਹੜਾ ਫਿਊਚਰ ਆ ਉਸ ਨੇ ਹੀ ਅੱਗੇ ਤੋਰਨਾ ਹੁੰਦਾ। ਤੇ ਜਦੋਂ ਸਾਡੇ ਹਿੰਮਤ ਸੰਧੂ ਦੀ ਨਿੱਜੀ ਗੱਲ ਵੀ ਕਰ ਲਈਏ ਕਿ ਜੇ ਉਹਦੇ ਗੀਤ ਪਿਛੋਕੜ 'ਚ ਇੱਦਾਂ 2 ਚੰਗੇ ਆਏ, ਤੇ ਜੇ ਉਹ ਬਾਅਦ 'ਚ ਚਮਕੀਲੇ ਵਰਗੇ ਨੂੰ ਗਲੋਰੀਫਾਈ ਕਰਨ ਲੱਗ ਪਊਗਾ, ਉਹ ਚਮਕੀਲਾ ਜਿਹੜਾ ਗੰਦ ਨੂੰ ਗਲੋਰੀਫਾਈ ਕਰ ਰਿਹਾ ਸੀ, ਤਾਂ ਫਿਰ ਗੱਲ ਹਿੰਮਤ ਸੰਧੂ ਇਹ ਕਿਹੜੇ ਪਾਸੇ ਜਾਊਗੀ? ਸੋ ਇਹ ਗੱਲ ਕੋਈ ਚੰਗੀ ਨਹੀਂ, ਤੁਹਾਨੂੰ ਇਹ ਜਿਹੜਾ ਗੀਤ ਹੈ ਰੱਦ ਕਰ ਦੇਣਾ ਚਾਹੀਦਾ। ਰਹੀ ਗੱਲ, ਮੈਂ ਥੋੜ੍ਹੀ ਜਿਹੀ ਹੋਰ ਦੱਸਾਂ ਕਿ ਚਮਕੀਲਾ ਨਾ ਜਦੋਂ ਸਿੰਘਾਂ ਕੋਲ ਗਿਆ ਤੇ ਉਹਨਾਂ ਨੇ ਕਿਹਾ ਵੀ ਤੂੰ ਬੰਦਾ ਬਣ ਜਾ, ਤੈਨੂੰ ਕਹਿੰਦੇ ਕੁਛ ਨਹੀਂ, ਉਹ ਵੀ ਥੋੜ੍ਹਾ ਜਿਹਾ ਸਹੀ ਹੋ ਗਿਆ, ਚਲੋ ਮੈਨੂੰ ਬਾਬਿਆਂ ਨੇ ਬਖਸ਼ਤਾ। ਇਹ ਤੋਂ ਬਾਅਦ ਨਾ ਫਿਰ ਉਹ, ਜਿਵੇਂ ਮੈਂ ਗੱਲਬਾਤ ਸੁਣੀ ਆ ਭਾਈ ਲਖਵਿੰਦਰ ਸਿੰਘ ਡੱਲੇਵਾਲ ਦੀ, ਬੜੇ ਸਿੱਖ ਕੌਮ ਦੇ ਸਮਰਪਿਤ ਬੰਦੇ ਆ ਜਿਹੜੇ ਜੁਝਾਰੂ ਰੂਪ ਦੇ ਵਿੱਚ ਇੰਗਲੈਂਡ ਰਹਿੰਦੇ ਆ, ਤੇ ਉਹਨਾਂ ਨੇ ਇੱਕ ਇੰਟਰਵਿਊ ਕੀਤਾ ਸੀ, ਉਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਚਮਕੀਲਾ ਇਹਨੇ ਨਾ ਫੌੜ ਮਾਰਨੇ ਸ਼ੁਰੂ ਕਰ ਦਿੱਤੇ, ਬਾਅਦ ਵਿੱਚ ਇੱਕ ਗੰਦੀ ਰੀਲ ਵੀ ਕੱਢ ਲਈ। ਉਸ ਟਾਈਮ ਰੀਲ ਬੋਲਦੇ ਸੀ ਕੈਸੇਟਸ ਨੂੰ, ਜਿਹੜਾ ਆਪਾਂ ਤਾਂ ਰੀਲ ਕਹਿੰਦੇ ਆ ਹੈ ਨਾ, ਅੱਜ ਕੱਲ੍ਹ ਇੱਥੇ ਇੰਸਟਾਗ੍ਰਾਮ 'ਤੇ ਰੀਲਸ ਆਉਣ ਲੱਗ ਪਈਆਂ। ਹੁਣ ਉਸ ਨੇ ਇੰਗਲੈਂਡ ਦੇ ਕੈਨੇਡਾ ਦੇ ਵਿੱਚ ਜਾ ਕੇ ਜਦੋਂ ਇਹ ਅਖਾੜਾ ਜਿਹਾ ਲਾਉਣ ਗਿਆ ਚਮਕੀਲਾ, ਉੱਥੇ ਜਾ ਕੇ ਕਹਿੰਦਾ ਕਿ ਮੈਂ ਭਾਈ ਗੁਰਜੀਤ ਸਿੰਘ ਹੁਣਾਂ ਨੂੰ, ਜਿਹੜੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ, ਕਹਿੰਦਾ ਉਹਨਾਂ ਨੂੰ ਪੈਸੇ ਦਿੱਤੇ ਹੋਏ ਆ, ਤੇ ਉਹਨਾਂ ਮੈਨੂੰ ਕਿਹਾ ਕਿ ਤੂੰ ਜਿੱਦਾਂ ਮਰਜ਼ੀ ਗਾ। ਸੋ ਇੱਦਾਂ ਦੀ ਜਿਹੜਾ ਸਿੰਘਾਂ ਦੇ ਨਾਮ 'ਤੇ ਉਂਝਾਂ ਲਾਉਂਦਾ ਸੀ। ਤੇ ਫਿਰ ਹੋਰ ਵੀ ਇੱਥੋਂ ਤੱਕ ਕਹਿੰਦੇ ਕਿ CRP ਦੀ ਗਾਰਡ ਦੇ ਜਿਹੜੀ ਲਵਾ ਕੇ ਨਾ ਆਪਣੇ ਆਸੇ-ਪਾਸੇ, ਕਿ ਮੈਨੂੰ ਸਿਕਿਉਰਿਟੀ ਦਿਓ, ਤੇ ਇਹੋ ਜਿਹੇ ਗੀਤ ਗਾਉਂਦਾ ਰਿਹਾ ਵੀ ਮੈਨੂੰ ਸੁਰੱਖਿਆ ਦੀ ਲੋੜ ਆ। ਤੇ ਕਹਿੰਦੇ ਇੱਕ ਵਾਰ ਤਾਂ ਉਸਨੇ ਜਿਹੜਾ ਕੋਈ ਸੰਦ ਰੱਖਿਆ ਹੋਊਗਾ ਅਸਲਾ, ਤੇ ਉਹ ਆਪਣੀ ਡੱਬ 'ਚੋਂ ਵਿਖਾਉਂਦਾ ਸੀ ਵੀ ਜਿਹੜਾ ਕੋਈ ਮੈਨੂੰ ਟੱਕਰੂਗਾ ਤੇ ਉਹਨੂੰ ਮੈਂ ਫਿਰ ਬਾਅਦ 'ਚ ਵੇਖ ਲੂੰਗਾ। ਸੋ ਇਸ ਤਰੀਕੇ ਨਾਲ ਹੰਕਾਰਿਆ ਫਿਰਦਾ ਸੀ ਆਖਰ 'ਚ। ਤੇ ਰਹੀ ਗੱਲ, ਜਦੋਂ ਹੰਕਾਰ ਗੁਰੂ ਦੇ ਤੇਗਧਾਰੀ ਸਿੰਘ ਜਦੋਂ ਚੂਰ ਕਰਦੇ ਆ ਨਾ ਕਿਸੇ ਦਾ, ਤੇ ਫਿਰ ਇਹ ਵੀ ਗੱਲਾਂ ਲਿਖਤਾਂ ਪੜ੍ਹਨ ਨੂੰ ਮਿਲਦੀਆਂ ਕਿ ਜਦੋਂ ਜਿਹੜੇ ਲੋਕ ਅੱਜ ਕਹਿੰਦੇ ਆ ਨਾ ਵੀ ਅਸੀਂ ਚਮਕੀਲੇ ਦੇ ਪ੍ਰਸ਼ੰਸਕ ਹਾਂ ਇੱਦਾਂ ਉੱਦਾਂ, ਤੇ ਬਾਅਦ 'ਚ ਉਹ ਪ੍ਰਸ਼ੰਸਕ ਜਿਹੜੇ ਸੁਣਨ ਗਏ ਸੀ ਉਹ ਚੱਪਲਾਂ ਛੱਡ ਕੇ ਭੱਜੇ ਸੀ। ਸੋ ਚੱਪਲਾਂ ਵੀ ਨਹੀਂ ਸਾਂਭ ਹੁੰਦੀਆਂ ਆਖਰੀ ਸਮੇਂ 'ਤੇ। ਸੋ ਆਹ ਜਿਹੜੀ ਗੱਲ ਆ ਕਿ ਆਪਾਂ ਗੱਲ ਕੀ ਕਰਨੀ ਆ, ਆਪਾਂ ਗੱਲ ਉਹ ਕਰਨੀ ਆ ਜਿਹੜੀ ਸਾਡੇ ਪੰਜਾਬ ਦੇ, ਸਾਡੀ ਕੌਮ ਦੇ, ਸਾਡੀ ਜ਼ਮੀਨਾਂ ਦੇ ਹੱਕ 'ਚ ਜਾਂਦੀ ਹੋਵੇ। ਤੇ ਅਜਿਹੀ ਗੱਲ ਨਹੀਂ ਬੋਲਣੀ ਚਾਹੀਦੀ ਜਿਹਦੇ ਨਾਲ ਸਾਡਾ ਖੁਦ ਦਾ ਵੀ ਜਿਹੜਾ ਕਿਰਦਾਰ ਆ, ਲੋਕੀ ਕਹਿਣਗੇ ਹਿੰਮਤ ਸੰਧੂ ਮੈਂ ਤੁਹਾਨੂੰ ਮੁਖਾਤਬ ਹੋ ਕੇ ਕਹਿਣ ਡਿਆ, ਫਿਰ ਲੋਕ ਤੁਹਾਨੂੰ ਸਵਾਲ ਕਰਨਗੇ ਕਿ ਅੱਜ 2 ਦਿਨ ਪਹਿਲਾਂ ਤੁਹਾਡਾ ਗੀਤ ਆਉਂਦਾ ਕਿ ਖਾੜਕੂ, ਤੇ ਤੁਸੀਂ ਖਾੜਕੂ ਸਿੰਘਾਂ ਦੀ ਅਸਲੀਅਤ ਦੱਸਦੇ ਹੋ। ਮੈਂ ਗੀਤ ਸੁਣਿਆ ਨਹੀਂ ਕਿਉਂਕਿ ਉਹ ਤੁਹਾਡਾ ਡਿਲੀਟ ਹੋ ਗਿਆ, ਮੈਂ ਕੁਝ ਕੁ ਬੋਲ ਸੁਣੇ ਆ ਹੈ ਨਾ, ਪਰ ਕੁੱਲ ਮਿਲਾ ਕੇ ਤਾਂ ਤੁਸੀਂ ਖਾੜਕੂ ਨੂੰ ਸਵੈ ਮਾਣ ਦੇ ਵਿੱਚ ਲਿਆ। ਤੇ ਜੇ ਖਾੜਕੂਆਂ ਨੇ ਚਮਕੀਲਾ ਸੋਧਿਆ ਹੋਵੇ ਤੇ ਤੁਸੀਂ ਫਿਰ ਚਮਕੀਲੇ ਨੂੰ ਹੀ ਗਾਉਣ ਲੱਗ ਪਾਓ ਵੀ ਚਮਕੀਲਾ ਲੋਹ ਕਥਾ। ਸੋ ਇਹ ਗੱਲ ਨਾ ਫੱਬਦੀ ਨਹੀਂ ਗੀ ਮੇਰੇ ਵੀਰ। ਇਸ ਕਰਕੇ ਤੁਹਾਡੇ ਪਹਿਲੇ ਗਾਉਣਾਂ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ, ਤੁਸੀਂ ਸਹੀ ਲੀਹ 'ਤੇ ਆਓ। ਕਈ ਬੰਦੇ ਨਾ ਕਹਿਣ ਲੱਗ ਪੈਣਗੇ ਕਿ ਅਖੇ ਜੀ ਇੱਦਾਂ ਨਾ ਕਰੋ, ਉੱਦਾਂ ਨਾ ਕਰੋ, ਗੱਲ ਨਾ ਕਰੋ। ਕਈਆਂ ਨੇ ਇੱਥੋਂ ਦਾ ਕਿਹਾ ਜੀ ਤੁਸੀਂ ਫੋਰਸ ਨਾ ਕਰੋ ਹਿੰਮਤ ਸੰਧੂ ਨੂੰ ਗਾਉਣ ਵਾਸਤੇ। ਅਸੀਂ ਕੋਈ ਫੋਰਸ ਨਹੀਂ ਕਰ ਰਹੇ, ਹਿੰਮਤ ਸੰਧੂ ਨੂੰ ਕਹਿ ਰਹੇ ਹਾਂ ਇੱਕ ਸੁਝਾਅ ਦੇ ਰੂਪ ਦੇ ਵਿੱਚ ਕਿ ਇਹ ਤੁਹਾਡੇ ਦੇ ਉੱਤੇ ਫਿਰ ਇਹ ਸਵਾਲੀਆ ਚਿੰਨ੍ਹ ਆਊਗਾ ਕਿ ਤੁਸੀਂ ਖਾੜਕੂ ਨੂੰ ਵੀ ਗਾਈ ਜਾਂਦੇ ਹੋ ਤੇ ਨਾਲ ਚਮਕੀਲੇ ਨੂੰ ਵੀ ਗਾਈ ਜਾਂਦੇ ਹੋ, ਹੈ ਨਾ। ਇਸ ਕਰਕੇ ਮੰਨ ਲਓ ਵੀ ਜੇ ਕੋਈ ਬੰਦਾ ਡਾਕਟਰ ਕੋਲ ਜਾਂਦਾ ਵੀ ਮੈਂ ਠੀਕ ਨਹੀਂ ਗਾ, ਤੇ ਡਾਕਟਰ ਆਖੇ ਵੀ ਪਾ ਤੈਨੂੰ ਵਾਈ ਹੋਈ ਹੂ ਤੇ ਤੂੰ ਆ ਚੌਲ ਨਹੀਂ ਖਾਣੇ, ਤੇ ਕੀ ਕੋਈ ਕਹੂਗਾ ਵੀ ਮੈਨੂੰ ਡਾਕਟਰ ਜਿਹੜਾ ਵਾ ਉਹ ਫੋਰਸ ਕਰ ਰਿਹਾ ਕਿ ਮੈਂ ਤੇ ਚੌਲ ਖਾਣੇ ਆ, ਜਾਂ ਇਹ ਮੇਰੇ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਆ? ਨਹੀਂ, ਅਸੀਂ ਹਿੰਮਤ ਸੰਧੂ ਤੁਹਾਨੂੰ ਭਰਾ ਮੰਨਦੇ ਹਾਂ, ਤੇ ਭਰਾ ਹੋਣ ਦੇ ਨਾਤੇ ਦੁਬਾਰਾ ਕਹਿੰਦੇ ਹਾਂ ਕਿ ਇਸ ਗੱਲ ਨੂੰ ਵਿਚਾਰੋ। ਜਿਹੜੇ ਲੋਕਾਂ ਨੇ ਤੇ ਵੇਖ ਹੀ ਲੈਣਾ ਹੁੰਦਾ ਗੀਤ, ਭਾਵੇਂ ਤੁਸੀਂ ਚਮਕੀਲੇ ਤੇ ਕੱਢ ਦਿਓ, ਲੋਕਾਂ ਵੇਖਣ ਲੱਗ ਪੈਣਾ। ਭੀੜਾਂ ਦਾ ਇੱਦਾਂ ਹੁੰਦਾ ਹਿਸਾਬ ਤਾ। ਪਰ ਜਿਹੜੇ ਬੰਦੇ, ਜੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਤੇ ਮੈਂ ਮਹਾਰਾਜ ਦੇ ਹੁਕਮ 'ਚ ਕਹਿੰਦਾ ਕਿ ਮੇਰਾ 2004 ਤੋਂ ਜਿਹੜਾ ਰਾਜਸੀ ਤੌਰ 'ਤੇ ਤਜਰਬਾ ਬਣਿਆ ਪਿਛਲੇ 16-17 ਸਾਲਾਂ 'ਚ, ਮੈਂ ਉਹਦੇ ਵਿੱਚੋਂ ਇਹ ਗੱਲ ਕਹਿੰਦਾ ਵਾਂ ਕਿ ਤੁਸੀਂ ਜੇ ਕੱਲ੍ਹ ਪਰਸੋਂ ਖਾੜਕੂ ਸਿੰਘਾਂ ਨੂੰ ਗਲੋਰੀਫਾਈ ਕਰ ਰਹੇ ਸੀ ਜਾਂ ਉਸ ਗੱਲ ਦੀ ਉੱਤੇ ਪਹਿਰਾ ਦੇ ਰਹੇ ਸੀ, ਤਾਂ ਉਹ ਤਾਂ ਸਿੰਘ ਸਨ ਸਾਡੇ ਭਾਈ ਗੁਰਦੀਪ ਸਿੰਘ ਦੀਪਾ ਹੀਰਾਂਵਾਲਾ, ਭਾਈ ਹਰਨੇਕ ਸਿੰਘ ਨੇਕਾ ਮਹਿਸਮਪੁਰੀਆ। ਸੋ ਜਿਹੜੇ ਹੋਰ ਸਿੰਘ ਸੀ ਜਿਨ੍ਹਾਂ ਨੇ ਚਮਕੀਲੇ ਨੂੰ ਸਜ਼ਾਯੋਗ ਬਣਾਇਆ। ਤੇ ਹੁਣ ਫਿਰ ਇਹ ਗੱਲ ਆ ਕਿ ਫਿਰ ਤੁਸੀਂ ਦੱਸੋ ਸ਼ਹੀਦਾਂ ਲਪਿੱਠ ਕਰਨੀ ਆ ਕਿ ਜਾਂ ਚਮਕੀਲੇ ਵੱਲ ਮੂੰਹ ਕਰਨਾ। ਸੋ ਇਹ ਦੋਵੇਂ ਕੰਮ ਨਹੀਂ ਚੱਲਣੇ। ਸੋ ਤੁਸੀਂ ਚੰਗਾ ਗਾਓਗੇ, ਤੁਹਾਡਾ ਸਾਥ ਦਿਆਂਗੇ। ਜਿਵੇਂ ਤੁਹਾਡੇ ਗੀਤ ਜਿਹੜੇ ਡਿਲੀਟ ਕੀਤੇ ਗਏ, ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ। ਸੋ ਬਾਕੀ ਭਰਾ ਬਣ ਕੇ ਇਸ ਚੀਜ਼ 'ਤੇ ਗੌਰ ਕਰੋ। ਸੋ ਬਾਕੀ ਤਕਰੀਬਨ ਗੱਲਾਂ ਹੋ ਗਈਆਂ ਵਾ। ਜੇ ਕਿਸੇ ਦਾ ਹੋਰ ਕੋਈ ਸਵਾਲ ਸੂਲ ਹੋਵੇ ਤਾਂ ਮੈਂ ਵੇਖ ਲੈਂਦਾ।
ਹਾਂ, ਇੱਕ ਭੈਣ ਜੀ ਕਹਿ ਰਹੇ ਆ ਕਿ ਜੇ ਕਿਸੇ ਕੋਲ ਹਿੰਮਤ ਸੰਧੂ ਦੇ ਗੀਤ ਦੀ ਰਿਕਾਰਡਿੰਗ ਹੋਵੇ, ਬਿਲਕੁਲ ਇਹ ਗੀਤ ਵੱਧ ਤੋਂ ਵੱਧ ਫੇਸਬੁੱਕ ਤੇ ਪਾ ਦੇਣਾ ਚਾਹੀਦਾ, ਹੋਰ ਲੋਕ ਜਿਹੜੇ ਆ ਸੁਣ ਲੈਣ। ਤਕਰੀਬਨ ਮੈਂ ਵੇਖ ਰਿਹਾ ਕਿ ਜੇ ਕਿਸੇ ਦਾ ਸਵਾਲ ਰੂਪੀ ਕੋਈ ਗੱਲ ਹੋਵੇ ਤਾਂ ਮੈਂ ਉਹ ਜ਼ਰੂਰ ਤੁਹਾਡਾ ਇੱਥੇ ਆਨਸਰ ਦੇਵਾਂਗਾ। ਹਾਂ, ਬਿਲਕੁਲ ਇਹ ਭਰਾਵਾਂ ਵਰਗਾ ਸੁਝਾਅ ਆ ਕਿ ਇਸ ਚੀਜ਼ ਨੂੰ ਜਿਹੜਾ ਰੱਦ ਕਰ ਦਿਓ ਤੇ ਆਪਾਂ ਇੱਕ ਪਾਸੇ ਆ ਜਿਓ। ਕਹਿੰਦੇ ਆ ਨਾ, ਇੱਕ ਸ਼ੇਰ ਆ ਉਰਦੂ ਦਾ, ਦੋ ਰੰਗੀ ਛੋੜ ਦੇ ਯੱਕ ਰੰਗ ਹੋ ਜਾ, ਜਾਂ ਮੋਮ ਹੋ ਜਾ, ਜਾਂ ਸੰਗ ਹੋ ਜਾ। ਸੋ ਮੇਰੇ ਭਰਾ ਜੀ, ਦੋ ਰੰਗੀ ਹੁੰਦੀ ਆ ਕਿ ਦੋ ਰੰਗੇ ਦੋਗਲੇ ਨਹੀਂ ਬਣੀਦਾ, ਤੇ ਸੰਗ ਕਹਿੰਦੇ ਪੱਥਰ ਨੂੰ, ਜਾਂ ਤੇ ਬੰਦਾ ਫਿਰ ਮੋਮ ਹੋ ਜੇ ਜਾਂ ਫਿਰ ਪੱਥਰ ਹੋ ਜੇ। ਸੋ ਇਹ ਗੱਲ ਕੋ ਫੱਬਦੀ ਨਹੀਂ ਗੀ ਕਿ ਅਸੀਂ ਖਾੜਕੂਆਂ ਨੂੰ ਵੀ ਗਾਈ ਜਾਈਏ ਤੇ ਜਿਨ੍ਹਾਂ ਖਾੜਕੂਆਂ ਨੇ ਸੋਧਿਆ ਹੋਵੇ ਚਮਕੀਲੇ ਵਰਗੇ ਨੂੰ, ਅਸੀਂ ਉਹਨਾਂ ਨੂੰ ਵੀ ਗਾਉਣ ਲੱਗ ਪਈਏ। ਸੋ ਬਾਕੀ ਤੁਸੀਂ ਆਪਣਾ ਪੜ੍ਹਿਆ ਵਿਚਾਰਿਓ। ਤੇ ਤਕਰੀਬਨ ਮੈਨੂੰ ਲੱਗਦਾ ਕਿ ਗੱਲਬਾਤ ਜਿਹੜੀ ਕਰਨੀ ਚਾਹੀਦੀ ਸੀ ਉਹ ਕਹਿ ਚੁੱਕਾ। ਦੂਸਰੀ ਗੱਲ, ਇੱਕ ਜਿਹੜੀ ਆਖਰ ਦੇ ਵਿੱਚ ਮੈਨੂੰ ਖਿਆਲ ਜਿਹਾ ਆ ਗਿਆ, ਹਿੰਮਤ ਸੰਧੂ ਜਿਹੜਾ ਤੁਹਾਡਾ ਇਹ ਗੀਤ ਡਿਲੀਟ ਕੀਤਾ ਨਾ, ਉਹ ਤਾਂ ਡਿਲੀਟ ਹੋਇਆ ਕਿ ਤੁਸੀਂ ਸਹੀ ਗੱਲ ਕਰ ਰਹੇ ਸੀ। ਜੇ ਰੱਬ ਨਾ ਕਰੇ ਤੁਸੀਂ ਚਮਕੀਲੇ ਦਾ ਗੀਤ ਗਾ ਕੇ ਤੇ ਪਾ ਦਿੰਦੇ, ਤੁਹਾਡਾ ਡਿਲੀਟ ਨਹੀਂ ਹੋਣਾ, ਕਿਉਂਕਿ ਸਟੇਟ ਚਾਹੁੰਦੀ ਆ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਆ ਉਹ ਆਹ ਕੁਝ ਹੀ ਗਾਉਣ, ਜੋ ਕੁਛ ਜਿਵੇਂ ਚਮਕੀਲੇ ਵਰਗਾ ਹੋਇਆ ਜਾਂ ਹੋਰ ਲੱਚਰ ਜਾਂ ਜੋ ਵੀ ਉਹੋ ਜਿਹੇ ਗੰਦੇ ਬੰਦਿਆਂ ਬਾਰੇ ਤੁਸੀਂ ਗਾਓਗੇ ਤਾਂ ਤੁਹਾਨੂੰ ਕੋਈ ਨਹੀਂ, ਕਿਸੇ ਨੇ ਨਹੀਂ ਰੱਖਣਾ। ਤੇ ਜੇ ਮੈਂ ਇੱਦਾਂ ਹੀ ਪੋਲੀਆਂ ਗੱਲਾਂ ਕਰਦਾ ਹਾਂ ਤੇ ਪਹਿਰਾ ਦੇਣ ਜੋਗਾ ਨਾ ਹੋਵਾਂ, ਤੇ ਮੈਂ ਆਪਣੀ ਅਸਲੀਅਤ ਦੱਸਦਾ ਆਪਣੇ ਪੇਜ ਦੀ ਕਿ ਮੇਰੇ ਚੰਗੇ ਫਾਲੋਅਰਸ ਨੇ ਫੇਸਬੁੱਕ ਦੇ ਉੱਤੇ 1,40,000 ਤੋਂ ਜ਼ਿਆਦਾ ਨੇ, ਤੇ ਮੇਰੇ ਉਹ ਜਿਹੜੇ ਆ ਨਾ, ਉਹ ਜਿਹੜਾ ਰੈੱਡ ਅਲਰਟ ਆਇਆ ਹੋਇਆ ਕਿ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ, ਤੇ ਜਦੋਂ ਮੈਂ ਕੋਈ ਚੀਜ਼ ਪਾਉਂਦਾ ਉਹ ਲੋਕਾਂ ਤੱਕ ਜਾਂਦੀ ਨਹੀਂ। ਸੋ ਇਹ ਆ ਕਿ ਜੇ ਤੁਸੀਂ ਸੱਚ ਬੋਲੋਗੇ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਆ, ਪਰ ਬੰਦੇ ਨੂੰ ਅੰਦਰੋਂ ਇਹ ਤੇ ਹੁੰਦਾ ਨਾ ਕਿ ਮੈਂ ਸਹੀ ਗੱਲ ਤੇ ਆ, ਸਹੀ ਲਾਈਨ ਤੇ ਆ। ਸੋ ਇਹ ਸਾਰੀ ਗੱਲ ਨੂੰ ਤੁਸੀਂ ਵਿਚਾਰੋ ਤੇ ਇਸ ਗੀਤ ਨੂੰ ਕਰੋ ਰੱਦ। ਤੇ ਜਿਹੜੇ ਕੋਈ ਸੱਜਣਿਆਂ ਵਿੱਚ ਮੈਂਸ਼ਨ ਵੀ ਕਰ ਰਿਹਾ, ਤੇ ਇਹ ਕਿਸ ਤਰੀਕੇ ਨਾਲ ਹਿੰਮਤ ਸੰਧੂ ਤੱਕ ਪਹੁੰਚਾ ਦਿਓ, ਉਹ ਸਾਰੀ ਗੱਲਬਾਤ ਨੂੰ ਸੁਣਨ, ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ। ਤੇ ਕੋਈ ਲੋੜ ਨਹੀਂ ਗੀ ਆ ਚਮਕੀਲੇ ਵਰਗਿਆਂ ਨੂੰ ਲੀਜੈਂਡਰੀ ਕਹਿਣ ਦੀ ਜਾਂ ਉਹਨਾਂ ਬਾਰੇ ਗਾਉਣ ਦੀ। ਬੜੇ ਯੋਧੇ ਆ ਸਾਡੇ, ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਜੋ, 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਤੇ 18ਵੀਂ ਸਦੀ ਦੇ ਇੰਨੇ ਯੋਧੇ ਪਏ, ਆਪਾਂ ਉਹਨਾਂ ਬਾਰੇ ਗਾਈਏ। ਫਿਰ 19ਵੀਂ ਸਦੀ ਦੀ ਗੱਲ ਆ ਗਈ, 20ਵੀਂ ਸਦੀ 'ਚ ਸੰਤ ਜਰਨੈਲ ਸਿੰਘ ਹੁਣਾਂ ਦੀ ਵੀ ਸਿੱਧੀ ਗੱਲ ਕਰਨ ਦਾ ਸਮਾਂ ਵੀ ਤੁਹਾਡੇ ਉੱਤੇ ਆਉਣਾ ਵਾ। ਸੋ ਇਸ ਕਰਕੇ ਤੁਸੀਂ ਇਸ ਗਾਉਣ ਨੂੰ ਵਾਪਸ ਲਓ ਤੇ ਕੋਈ ਹੋਰ ਕੱਢੋ, ਤੇ ਅਸੀਂ ਤੁਹਾਡੇ ਨਾਲ ਖੜਾਂਗੇ। ਕਈ ਬੰਦੇ ਕਹਿ ਦਿੰਦੇ ਆ ਕਿ ਯਾਰ ਗਾਇਕਾਂ ਦਾ ਨਾ ਯਕੀਨ ਜਿਹਾ ਨਹੀਂ ਕਰੀਦਾ, ਇਹ ਪੈਸੇ ਵਾਸਤੇ ਗਾਉਂਦੇ ਆ। ਤੇ ਹਿੰਮਤ ਸੰਧੂ ਤੁਸੀਂ ਇਸ ਗੱਲ ਦੇ ਨਾਲ ਲੀਕ ਫੇਰਨੀ ਆ ਵੀ ਹਿੰਮਤ ਸੰਧੂ ਜਿਹੜਾ ਉਹ ਪੈਸੇ ਕਰਕੇ ਨਹੀਂ ਗਾਉਂਦਾ। ਆਮ ਜਨਰਲੀ ਗੱਲ ਕਰਾਂ ਤੇ ਜਿਹੜੇ ਆ ਦੋ ਗੱਲਾਂ, ਇੱਕ ਮਸ਼ਹੂਰ ਹੋ ਜਾਣਾ, ਕੁਇਕ ਮਨੀ ਤੇ ਕੁਇਕ ਪਾਵਰ, ਤਾਕਤ ਬਹੁਤ ਆ ਜਾਣੀ ਤੇ ਬਹੁਤ ਜ਼ਿਆਦਾ ਪੈਸਾ ਆ ਜਾਣਾ ਨਾ, ਉਹ ਆਮ ਬੰਦਿਆਂ ਦੇ ਪੈਰ ਚੁਕਾ ਦਿੰਦਾ। ਤੇ ਇਸ ਕਰਕੇ ਜਿਹੜੀ ਪੈਸਾ ਵਾ, ਸ਼ੌਹਰਤ ਆ, ਇਹ ਇੱਥੇ ਰਹਿ ਜਾਣੀ ਆ। ਜੇ ਕਿਸੇ ਬੰਦੇ ਦੇ ਚੱਲ ਵਸਣ ਤੋਂ ਬਾਅਦ ਵੀ ਉਹਦੇ ਸ਼ੁਭ ਗੁਣਾਂ ਨੂੰ, ਚੰਗੇ ਅਮਲਾਂ ਨੂੰ ਚੇਤੇ ਕੀਤਾ ਜਾਂਦਾ ਨਾ, ਤੇ ਅਸੀਂ ਅੱਜ ਫਿਰ ਮਾੜੇ ਬੰਦਿਆਂ ਨੂੰ ਤਾਂ ਅੱਜ ਵੀ ਨਿੰਦਦੇ ਹਾਂ। ਹੁਣ ਭਾਈ ਜਿਹੜੇ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਜਾਂ ਉਹਨਾਂ ਦੇ ਸਾਥੀ, ਉਹਨਾਂ ਦੇ ਲਈ ਸਾਡੇ ਦਿਲ 'ਚ ਪੂਰੀ ਜਗ੍ਹਾ ਵਾ। ਉਹਨਾਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬਾਨਾਂ 'ਚ ਲੱਗੀਆਂ, ਸਿੱਖਾਂ ਦੇ ਅਜਾਇਬ ਘਰ ਜਿੱਥੇ ਭਾਰਤੀ ਸਟੇਟ ਤੰਗ ਨਾ ਕਰਦੀ ਹੋਵੇ ਜਾਂ ਨਾ ਲਵਾਉਂਦੀ ਹੋਵੇ, ਬਾਹਰਲੇ ਮੁਲਕਾਂ 'ਚ ਲੱਗੀਆਂ ਤਸਵੀਰਾਂ, ਚਾਹੇ ਉਹ ਇੰਗਲੈਂਡ ਦੀ ਗੱਲ ਹੋਵੇ ਜਾਂ ਕੈਨੇਡਾ ਦੀ ਹੋਵੇ। ਸੋ ਜਿਹੜਾ ਚਮਕੀਲਾ ਵਾ ਉਹ ਫਿਰ ਪੰਜਾਬੀ ਦਾ ਮੁਹਾਵਰਾ ਕਹਿੰਦੇ ਵੀ ਉਹਦੀ ਮੜੀ ਤੇ ਕੁਝ ਫਿਰ ਫੋਸ ਵੀ ਨਹੀਂ ਮਾਰਦਾ। ਸੋ ਇਸ ਕਰਕੇ ਚਮਕੀਲੇ ਨੂੰ ਕੌਣ ਜਾਣਦਾ? ਜਿਹੜੇ ਯੋਧੇ ਆ ਉਹਨਾਂ ਲਈ ਹੀ ਸਦਾ ਮਨ ਦੇ ਵਿੱਚ ਸਤਿਕਾਰ ਰਹਿਣਾ ਵਾ। ਜਿਹੜੇ ਤੇਗ ਦੇ ਰੂਪ ਦੇ ਵਿੱਚ ਜਿਨ੍ਹਾਂ ਤੇਗਾਂ ਵਾਹੀਆਂ ਨਾ, ਆਪਾਂ ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਚੇਤੇ ਕਰਦੇ ਹਾਂ। ਫਿਰ ਤੇਗਾਂ ਵਾਹੁਣ ਵਾਲੇ ਤੇ ਫਿਰ ਉਹ ਸਾਡੇ ਸੂਰਮੇ ਹੀ ਹੋਏ ਆ। ਜਿਹੜੇ ਇੱਦਾਂ ਲੱਚਰ ਗਾਉਂਦੇ ਹੋਣ, ਧੀਆਂ ਭੈਣਾਂ ਨੂੰ ਮਾੜਾ ਕਹਿੰਦੇ ਹੋਣ, ਉਹਨਾਂ ਨੂੰ ਕੋਈ ਨਹੀਂ ਗਾ ਪੁੱਛਦਾ। ਬਿਲਕੁਲ ਇੱਕ ਕੌਮੈਂਟ ਆਇਆ ਕਿ ਸਾਡੇ ਲੀਜੈਂਡ ਆ ਭਾਈ ਜਿੰਦੇ, ਭਾਈ ਸੁੱਖੇ ਹੋਣੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਹੱਸ ਕੇ ਜਿਹੜੇ ਫਾਂਸੀ ਦੇ ਰੱਸੇ ਚੁੰਮੇ ਆ, ਸ਼ਹਾਦਤ ਦਿੱਤੀ ਆ, ਅਤੇ ਉਸ ਦੇ ਉੱਤੇ ਸਾਨੂੰ ਸਾਰਾ ਜਿਹੜਾ ਵਾ ਮਾਣ ਆ। ਤੇ ਤਕਰੀਬਨ ਆਪਾਂ ਹੁਣ ਗੱਲ ਨੂੰ ਇੱਥੇ ਵਧਾਉਂਦੇ ਹਾਂ। ਸੋ ਮੈਂ ਆਸ ਕਰਦਾ ਕਿ ਹਿੰਮਤ ਸੰਧੂ ਤੁਸੀਂ ਇਸ ਗੱਲ ਉੱਤੇ ਗੌਰ ਕਰੋਗੇ। ਸੋ ਤੁਹਾਨੂੰ ਸਾਰਿਆਂ ਨੂੰ ਫਤਿਹ ਗਜਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।